ਵੈਲਕਮ ਟੂ ਐਕਸੀਲਰੇਟਰ ਕਲਾਸਿਸ। ਜਿਵੇਂ ਕਿ ਅਸੀਂ ਲਾਸਟ ਕਲਾਸ ਦੇ ਵਿੱਚ ਰਿਫਰੈਕਸ਼ਨ ਡਿਸਕਸ ਕਰ ਰਹੇ ਸੀ ਤੇ ਅਸੀਂ ਉਸੇ ਕਲਾਸ ਦੇ ਵਿੱਚ ਰਿਫਰੈਕਸ਼ਨ ਦੇ ਨਾਲ ਰਿਲੇਟਡ ਨਿਊਮੈਰੀਕਲ ਦੇਖੇ ਤੇ ਉਹਨਾਂ ਹੀ ਨਿਊਮੈਰੀਕਲਸ ਦੇ ਵਿੱਚ ਇੱਕ ਆਪਾਂ ਸਪੈਸ਼ਲ ਟਾਈਪ ਦੇਖੀ ਕੰਬੀਨੇਸ਼ਨ ਆਫ ਲੈਂਸ ਕਿ ਜੇਕਰ ਦੋ ਲੈਂਸ ਨੂੰ ਅਸੀਂ ਕੰਬਾਈਨ ਕਰ ਦਿੰਦੇ ਆ ਤਾਂ ਉਹਦਾ ਕੀ ਪ੍ਰਭਾਵ ਪੈਂਦਾ ਹੈ। ਜਿਵੇਂ ਅਸੀਂ ਕਹਿੰਦੇ ਆ ਕਿ ਮੰਨ ਲਓ ਇੱਕ ਲੈਂਸ ਦੀ ਪਾਵਰ ਕਿੰਨੀ ਆ Fp1 ਆ ਤੇ ਦੂਸਰੇ ਲੈਂਸ ਦੀ ਪਾਵਰ ਕਿੰਨੀ ਆ P2 ਆ ਤੇ ਜੇਕਰ ਇਹਨਾਂ ਦੋਨਾਂ ਲੈਂਸ ਨੂੰ ਅਸੀਂ ਇਕੱਠੇ ਰੱਖ ਦਈਏ ਇਸ ਤਰੀਕੇ ਨਾਲ ਕਿ ਇੱਕ ਲੈਂਸ ਇਹ ਵਾਲਾ ਤੇ ਦੂਸਰਾ ਲੈਂਸ ਇਹ ਵਾਲਾ, ਜੇਕਰ ਇਹਨਾਂ ਦੋਨੋਂ ਲੈਂਸ ਨੂੰ ਅਸੀਂ ਇਕੱਠੇ ਕਰ ਦਈਏ P1 ਤੇ P2 ਨੂੰ ਤੇ ਜੋ ਇਫੈਕਟਿਵ ਪਾਵਰ ਆਏਗੀ ਉਹਦਾ ਫਾਰਮੂਲਾ ਕੀ ਬਣੇਗਾ? ਉਹਦਾ ਫਾਰਮੂਲਾ ਬਣੇਗਾ P। ਟੋਟਲ ਪਾਵਰ ਕੀ ਬਣੇਗੀ? P1 ਜਮਾ P2। ਮੇਰੇ ਕਹਿਣ ਦਾ ਮਤਲਬ ਆ ਜੇਕਰ ਅਸੀਂ ਦੋ ਲੈਂਸ ਨੂੰ ਜੋੜਦੇ ਆ ਤਾਂ ਟੋਟਲ ਪਾਵਰ ਕਿੰਨੀ ਬਣ ਜਾਂਦੀ ਆ? ਦੋਨਾਂ ਦਾ ਅਲਜਬਰਿਕ ਸਮ, ਦੋਨਾਂ ਦਾ ਜੋੜ ਬਣ ਜਾਂਦੀ ਆ। ਹੁਣ ਇੱਥੇ ਸਿੱਖਣ ਵਾਲੀ ਗੱਲ ਇਹ ਆ ਕਿ ਮੰਨ ਲਓ ਪਹਿਲੇ ਲੈਂਸ ਦੀ ਪਾਵਰ 5 ਆ ਤੇ ਦੂਸਰੇ ਲੈਂਸ ਦੀ ਪਾਵਰ 3 ਵਾ। ਇਹ ਕੋਈ ਵੀ ਕੰਬੀਨੇਸ਼ਨ ਹੋ ਸਕਦਾ, ਭਾਵੇਂ ਇਹ ਦੋਨੋਂ ਕਨਵੈਕਸ ਹੋ ਸਕਦੇ, ਦੋਨੋਂ ਕਨਕੇਵ ਹੋ ਸਕਦੇ ਆ, ਚਾਹੇ ਕਨਵੈਕਸ ਕਨਕੇਵ ਵੀ ਹੋ ਸਕਦੇ ਆ। ਪਾਵਰ ਦਾ ਫਾਰਮੂਲਾ ਇਹੀ ਰਹੇਗਾ। ਸੋ ਹੁਣ ਦੇਖਿਆ ਕਿ ਦੋ ਲੈਂਸ ਜੋੜੇ P1 ਤੇ P2, ਉਹਨਾਂ ਦੀ ਪਾਵਰ ਕਿੰਨੀ ਆ? 5 + 3 ਤੇ ਅਸੀਂ ਕਿਹਾ ਟੋਟਲ ਪਾਵਰ ਕਿੰਨੀ ਹੋ ਗਈ? 8। ਹੁਣ ਆਪਾਂ ਇੱਥੇ ਇਹ ਕਹਿ ਸਕਦੇ ਹਾਂ ਕਿ ਜੇਕਰ ਇਹ ਦੋਨੋਂ ਲੈਂਸ ਨਹੀਂ ਵਰਤਣੇ ਤੇ ਆਪਾਂ ਇੱਕੋ ਹੀ ਲੈਂਸ ਵਰਤਣਾ ਹੋਵੇ ਤੇ ਉਹ ਕਿੰਨੀ ਪਾਵਰ ਦਾ ਹੋਏਗਾ? 8 ਪਾਵਰ ਦਾ ਹੋਏਗਾ ਤੇ ਉਹ ਸੇਮ ਇਫੈਕਟ ਦੇਗਾ ਜੋ ਇਫੈਕਟ ਇਹ ਦੋਨੋਂ ਰਲ ਕੇ ਦੇ ਰਹੇ ਆ। ਇਸੇ ਤਰੀਕੇ ਨਾਲ ਅਸੀਂ ਫੋਕਲ ਲੈਂਥ ਦੇਖੀ ਤੇ ਫੋਕਲ ਲੈਂਥ ਦਾ ਸਾਡੇ ਕੋਲੋਂ ਫਾਰਮੂਲਾ ਬਣਿਆ ਸੀ 1/f1 ਜਮਾ 1/f2। ਮਤਲਬ ਕਿ ਜੇਕਰ ਇਹਦੀ ਫੋਕਲ ਲੈਂਥ ਅਸੀਂ ਕਹੀਏ f1 ਆ ਤੇ ਇਹਦੀ ਫੋਕਲ ਲੈਂਥ ਕਿੰਨੀ ਆ? f2 ਆ। ਤੇ ਹੁਣ ਕੰਬਾਈਨ ਕਰਕੇ ਦੋਨੋਂ ਰਲ ਕੇ ਕਿੰਨੀ ਫੋਕਲ ਲੈਂਥ ਦੇਣਗੇ ਉਹ ਅਸੀਂ ਇਸ ਫਾਰਮੂਲੇ ਦੇ ਨਾਲ ਸੋਲਵ ਕਰ ਲਵਾਂਗੇ। ਇਹ ਵਾਲਾ ਫਾਰਮੂਲਾ, ਇਹ ਜਿਹੜੀ ਚੀਜ਼ ਆ, ਇਹ ਜਿਹੜਾ ਟੌਪਿਕ ਆ ਅਸੀਂ ਲਾਸਟ ਕਲਾਸ ਦੇ ਵਿੱਚ ਪੜ੍ਹ ਚੁੱਕੇ ਹਾਂ, ਪਰ ਅਸੀਂ ਇਸ ਤੋਂ ਅੱਗੇ ਵਧਦੇ ਹਾਂ। ਇਹ ਦੋਨੋਂ ਹੀ ਫਾਰਮੂਲੇ ਜਿਹੜੇ ਅਸੀਂ ਇੱਥੇ ਲਿਖ ਦਿੱਤੇ ਆ, ਇਹ ਦੋਨੋਂ ਫਾਰਮੂਲੇ ਸਿਰਫ ਉਹਨਾਂ ਚਿਰ ਤੱਕ ਵੈਲਿਡ ਰਹਿਣਗੇ ਜਿੰਨਾ ਚਿਰ ਤੱਕ ਦੋਨਾਂ ਹੀ ਲੈਂਸ ਦੇ ਵਿੱਚ ਜਿਹੜੀ ਆਪਸੀ ਦੂਰੀ ਆ ਉਹ ਬਹੁਤ ਘੱਟ ਹੋਏਗੀ। ਤੇ ਜਾਂ ਮੈਂ ਇਦਾਂ ਕਹਾਂ ਕਿ ਦੋਨਾਂ ਲੈਂਸ ਦੇ ਵਿੱਚ ਆਪਸੀ ਦੂਰੀ ਕੀ ਹੋਏਗੀ? ਨਿਗਲੀਜੀਬਲ ਹੋਏਗੀ। ਹੁਣ ਦੂਸਰੀ ਟਾਈਪ ਕਰਦੇ ਹਾਂ ਕਿ ਜੇਕਰ ਦੋਨਾਂ ਲੈਂਸ ਦੇ ਵਿੱਚ ਦੂਰੀ ਫਾਈਨਾਈਟ ਹੋਏਗੀ, ਮਤਲਬ ਕੋਈ ਦੂਰੀ ਹੋਏਗੀ, ਤਾਂ ਕੀ ਇਹ ਵਾਲੇ ਫਾਰਮੂਲਿਆਂ ਦੇ ਨਾਲ ਅਸੀਂ ਪਾਵਰ ਜਾਂ ਫੋਕਲ ਲੈਂਥ ਕੈਲਕੂਲੇਟ ਕਰ ਸਕਦੇ ਹਾਂ? ਤਾਂ ਆਨਸਰ ਹੈ ਨਹੀਂ। ਜੇਕਰ ਦੋਨੋਂ ਲੈਂਸ ਦੇ ਵਿੱਚ ਕੋਈ ਦੂਰੀ ਹੋਏਗੀ ਤਾਂ ਅਸੀਂ ਪਾਵਰ ਦਾ ਫਾਰਮੂਲਾ ਵਰਤਾਂਗੇ P = P1 ਜਮਾ P2 - 2D P1 ਤੇ P2। ਇੱਥੇ D ਕੀ ਆ ਜੀ? ਇੱਥੇ D ਆ ਡਿਸਟੈਂਸ, ਮਤਲਬ ਡਿਸਟੈਂਸ ਬਿਟਵੀਨ ਟੂ ਲੈਂਸ, ਕਿ ਜੋ ਦੋ ਲੈਂਸ ਦੇ ਵਿੱਚ ਡਿਸਟੈਂਸ ਹੋਏਗੀ। ਹੁਣ ਇੱਥੇ ਦੇਖ ਰਹੇ ਹਾਂ ਆਪਾਂ ਇਸ ਫਾਰਮੂਲੇ ਨੂੰ ਸੋਲਵ ਕਰਦੇ ਹਾਂ। ਜੇਕਰ ਮੈਂ ਭਰਾਂ ਇੱਥੇ D = 0, ਮਤਲਬ ਦੂਰੀ ਹੈ ਹੀ ਨਹੀਂ ਆ, ਤੇ ਫਿਰ ਫਾਰਮੂਲਾ ਕੀ ਬਣੇਗਾ? P = P1 ਜਮਾ P2 ਹੀ ਬਣ ਜਾਏਗਾ। D 0 ਵਾ ਤੇ ਹੋਲ ਰਕਮ ਕੀ ਹੋ ਜਾਏਗੀ? 0 ਹੋ ਜਾਏਗੀ। ਸੋ ਜੇਕਰ ਅਸੀਂ ਕਹੀਏ ਕਿ D = 1, ਕਿ ਦੋਨਾਂ ਲੈਂਸ ਦੇ ਵਿੱਚ ਜਿਹੜੀ ਆ ਉਹ 1 ਮੀਟਰ ਆ ਜਾਂ 1 ਸੈਂਟੀਮੀਟਰ ਆ, ਤੇ ਹੁਣ ਪਾਵਰ ਦਾ ਫਾਰਮੂਲਾ ਕੀ ਬਣੇਗਾ? ਦੇਖਿਆ ਜਾਏ ਤਾਂ P1 ਜਮਾ P2 - 2P1 P2। ਹੁਣ ਜੇਕਰ ਦੋਨਾਂ ਨੂੰ ਤੁਸੀਂ ਧਿਆਨ ਨਾਲ ਦੇਖੋ ਤੇ ਜੇਕਰ D = 1 ਆ ਤੇ ਪਾਵਰ ਘਟ ਗਈ। ਘਟ ਕਿਵੇਂ ਗਈ? ਪਹਿਲਾਂ ਪਾਵਰ ਕਿੰਨੀ ਸੀ? P1 ਜਮਾ P2। ਹੁਣ ਇਹ ਜਿਹੜੀ ਪਿਛਲੀ ਰਕਮ ਆ, ਤੀਸਰੀ ਰਕਮ ਆ, ਇਹ ਪਹਿਲੀਆਂ ਦੋਨਾਂ ਚੋਂ ਘਟ ਰਹੀ ਆ। ਇਹਦਾ ਮਤਲਬ ਜਿਵੇਂ ਜਿਵੇਂ ਦੋਨਾਂ ਲੈਂਸ ਦੇ ਵਿੱਚ ਦੂਰੀ ਵਧੇਗੀ ਤਿਵੇਂ ਤਿਵੇਂ ਕੀ ਹੋਏਗਾ? ਇਹਦੀ ਪਾਵਰ ਘਟੇਗੀ। ਜੇਕਰ ਦੋ ਲੈਂਸ ਦੇ ਵਿੱਚ ਦੂਰੀ ਹੋਏਗੀ, ਕਿਸੇ ਨਿਊਮੈਰੀਕਲ ਦੇ ਵਿੱਚ ਦੂਰੀ ਦਿੱਤੀ ਹੋਏਗੀ, ਤੇ ਫਿਰ ਅਸੀਂ ਇਹ ਵਾਲਾ ਫਾਰਮੂਲਾ ਵਰਤਾਂਗੇ। ਵੈਸੇ ਤੇ ਅਸੀਂ ਇਸ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਪੇਰੈਂਟ ਫਾਰਮੂਲਾ ਇਹੀ ਆ। ਇਸ ਫਾਰਮੂਲੇ ਦੇ ਵਿੱਚ ਜੇਕਰ ਤੁਸੀਂ D = 0 ਭਰੋਗੇ ਤੇ ਇਹ ਵਾਲਾ ਫਾਰਮੂਲਾ ਬਣ ਜਾਏਗਾ, ਤੇ ਜੇ D ਦੀ ਵੈਲਿਊ ਕੋਈ ਦਿੱਤੀ ਹੋਈ ਆ ਤਾਂ ਤੁਸੀਂ ਉਹ ਭਰ ਸਕਦੇ ਜੋ। ਸੋ ਇਸੇ ਤਰੀਕੇ ਨਾਲ ਜੇਕਰ ਅਸੀਂ ਕਹੀਏ ਫੋਕਲ ਲੈਂਥ ਦੀ ਗੱਲ ਕਰੀਏ ਤੇ ਫੋਕਲ ਲੈਂਥ ਦਾ ਫਾਰਮੂਲਾ ਸਾਡੇ ਕੋਲੋਂ ਇਹ 1/f1 ਜਮਾ 1/f2 - 2D f1 ਤੇ f2। ਮਤਲਬ ਜੇਕਰ ਡਿਸਟੈਂਸ ਦਿੱਤੀ ਹੋਏਗੀ ਤਾਂ ਫਿਰ ਫੋਕਲ ਲੈਂਥ ਅਸੀਂ ਜਿਹੜੀ ਇਫੈਕਟਿਵ ਫੋਕਲ ਲੈਂਥ ਕੈਲਕੂਲੇਟ ਕਰਨੀ ਆ। ਜਿਵੇਂ ਅਸੀਂ ਕਹੀਏ ਕਿ ਇਹ ਦੋ ਲੈਂਸ ਸਾਨੂੰ ਦਿੱਤੇ ਹੋਏ ਆ ਤੇ ਇਹਨਾਂ ਲੈਂਸ ਦੇ ਵਿੱਚ ਕੀ ਆ? ਕੋਈ ਦੂਰੀ ਆ ਤੇ ਉਹ ਦੂਰੀ ਵੀ ਸਾਨੂੰ ਦਿੱਤੀ ਹੋਈ ਆ। ਅਸੀਂ ਪਤਾ ਕਰਨਾ ਹੋਵੇ ਕਿ ਇਹ ਦੋਨੋਂ ਲੈਂਸ ਇਕੱਠੇ ਹੋ ਕੇ ਕਿੰਨੀ ਫੋਕਲ ਲੈਂਥ ਦੇ ਰਹੇ ਆ।
मतलब इन्हां दी हुण कंबाइन करके इफेक्टिव फोकल लेंथ कितनी आ, तो असी ए वाला फार्मूला वरतांगे। जेकर इस फार्मूले में d इज इक्वल टू 0 भरांगे तो असी सीधा इत्थे पहुँच जावांगे। पर जे किसी न्यूमेरिकल दे विच दोनों लेंस दे विच दूरी दित्ती हुई आ तो असी ए वाला फार्मूला भरांगे। इत्थे सानू इहदा प्रूफ करन दी जरूरत नहीं आ, असी लेटर ऑन इन्हां दा प्रूफ कर लांगे। हुण असी एक नवां टॉपिक देखांगे कि वाई वी टेक साइन कन्वेंशन, कि असी ऑप्टिक्स दे विच साइन कन्वेंशन लैंदे आ, चिन्ह परंपरागत प्रणाली अपनाई हुई आ कि किहड़ी साइड नूं पॉजिटिव लैना ते किहड़ी साइड नूं नैगेटिव लैना। पर इत्थे सोचण दी जरूरत ये आ कि असी इदां क्यों सोचते हैं कि इस साइड नूं पॉजिटिव लैना वा ते इस साइड नूं नैगेटिव लैना वा। तो असी जिवें एक गल होर कहने आ कि प्रिंसीपल एक्सिस जिहड़ी साडा मुख धुरा वा, जिहड़ी उहदे उप्पर वाली लाइन आ, जिवें असी इत्थे एक लेंस बनाया तो ये उपर वाली डिस्टेंस की आ पॉजिटिव लैनी आ, ते जिहड़ी नीचे वाली डिस्टेंस आ वो की लैनी आ नैगेटिव लैनी आ। सो ओवरऑल गल करां तो ये जिहड़ियां असीं मनौतां खड़ियां कीतियां कि अपने कोलों गल्लां जोड़ियां कि इधर वाली साइड पॉजिटिव इधर वाली साइड नैगेटिव, चाहे वो लेंस होवे ते चाहे वो मिरर होवे, साइन कन्वेंशन तो असीं दोनों दे विच ही यूज़ कर रहे हैं। हुण सोचण दी जरूरत आ कि असीं ये लैंदे क्यों आ, मतलब वाई वी टेक साइन कन्वेंशन। असीं सिद्धियां क्यों नहीं लैंदे। असी जे कोई न्यूमेरिकल भी करते हैं तो असी पहला ही जिहड़ियां गिवन चीज़ां हुंदियां वा उहदी साइन कन्वेंशन लगा दिंदे आ, ते फिर असी की करते हैं, जां लेंस फार्मूला वरतते हैं जां मिरर फार्मूला वरतते हैं, तो उहदे मुताबिक असी आंसर कढ़दे हैं। पर इत्थे फिर मैं वापस उस क्वेश्चन ते आउणा वा कि असी साइन कन्वेंशन लैने क्यों आ। असी ये जिहड़ी चिन्ह परंपरा वा पंजाबी दे विच ये असी सानू इहदी जरूरत क्यों पैंदी आ, कि असी इस दे बिना काम नहीं चला सकते। असी इसका जवाब एक एग्जाम्पल के जरिए देखते हैं, तो असी उदाहरण लैंदे आ। मैं इत्थे दो केस करांगा, इधर दोनों साइड ते ही मैं कन्वैक्स लेंस यूज़ करांगा कि मान लो एक कन्वैक्स लेंस आ। पहले स्टैप ते मैं दोनों साइड ते एक कन्वैक्स लेंस बना लैना, तुसीं भी वधिया तरीके नाल बना लो। एक कन्वैक्स लेंस आ ते ए उहदे विच प्रिंसीपल एक्सिस आ। तुसीं ये भी मान सकते जो कि दोनों लेंस इक्को ही आ, चाहे तुसीं वक्रे वक्रे मान लो चाहे इक्को मान लो, कोई फर्क नहीं पेगा। तो हुण इधर इहदा एक फोकस होएगा तो इत्थे एक दी 2F होएगी, इधर भी एक दा फोकस बनेगा उन्नी ही दूरी ते इधर 2F बनेगी। आप इनू लोड मुताबिक थोड़ा जिहा वधा लैंदे आ, तुसीं बिल्कुल स्केल दे नाल बनाओ। तो इस तरीके नाल इत्थे भी F बनेगा तो इत्थे भी 2F बनेगा, इत्थे भी F बनेगा, इत्थे भी 2F बनेगा। सो आप एक कन्वैक्स लेंस लिया, मेरा पहला स्टैप सी कि आप एक कन्वैक्स लेंस लिया दोनों साइड ते, बेशक के सेम होवे बेशक के अलग अलग फोकल लेंथ दे होण, कोई फर्क नहीं पैंदा। तो असी इधर की करते हैं कि एक ऑब्जेक्ट लेने F ते 2F दे अंदर A ते B, एक ऑब्जेक्ट लिया AB F ते 2F के अंदर। तो असी इधर की करते हैं, एक ऑब्जेक्ट लेने इत्थे A ते B। तो दोनों केसिस दे विच फर्क की आ कि इधर असी इमेज फॉर्मेशन करनी आ जदों ऑब्जेक्ट F ते 2F दे अंदर आ, तो इधर जदों F दे अंदर आ, मतलब इस ऑप्टिकल सेंटर दे ते F दे अंदर आ। इधर भी असी ऑप्टिकल सेंटर बना लैंदे एक। हुण इहदी इमेज फॉर्मेशन करते हैं कि इत्थों एक रे आई जिहड़ी प्रिंसीपल एक्सिस दे पैरेलल आ, ते एक रे आई सीधी ऑप्टिकल सेंटर दे वल। तुसीं कोई भी दो रेज बनाणियां वा जिहड़ी मर्जी लै सकदे जो। असीं जाणदे हां कि जदों ये रिफ्रैक्ट होएगी तो ये किधर जाएगी, ये वाली फोकस चों हो के जाएगी, बिल्कुल सीधी बनाओ, इस तरीके नाल अगे निकल जाएगी, तो ये वाली इस तरीके नाल अगे जाएगी। तो इमेज कित्थे बनेगा, इमेज बनेगा इस साइड पे इत्थे A' B'। सानू पता है कि जदों ऑब्जेक्ट जिहड़ा है F ते 2F दे अंदर हुंदा है तो इमेज की बनदा 2F तो बाहर बनदा, थोड़ा जिहा वड्डा बनदा। हुण इधर की आ, ऑब्जेक्ट फोकल लेंथ दे अंदर आ, असी उस तरीके नाल दो लाइनस ड्रा करांगे। एक प्रिंसीपल एक्सिस दे पैरेलल होएगी ते वो फोकस दे विचों हो के जाएगी। तो एक असी ऑप्टिकल सेंटर चों बना लैंदे आ, वो इस तरीके नाल बाहर निकलेगी। इनू मैं थोड़ा जिहा होर चंगे तरीके नाल बना लेना।
ਹੁਣ ਸਾਨੂੰ ਪਤਾ ਹੈ ਕਿ ਇਹ ਦੋਨੋਂ ਰੇਜ਼ ਆਪਸ ਦੇ ਵਿੱਚ ਮਿਲਦੀਆਂ ਨਹੀਂ ਆ, ਪਰ ਜਦੋਂ ਅਸੀਂ ਇੱਧਰੋਂ ਦੇਖਾਂਗੇ ਤਾਂ ਸਾਨੂੰ ਕੀ ਲੱਗੇਗਾ, ਸਾਨੂੰ ਲੱਗੇਗਾ ਕਿ ਇਹ ਦੋਨੋਂ ਰੇਜ਼ ਕਿੱਥੋਂ ਆ ਰਹੀਆਂ ਨੇ, ਇੱਥੋਂ ਕਿਤੋਂ ਪਿੱਛੋਂ ਆ ਰਹੀਆਂ ਨੇ, ਤੇ ਇਹਨਾਂ ਦਾ ਇੰਟਰਸੈਕਸ਼ਨ ਪੁਆਇੰਟ ਕਿੱਥੇ ਆ, ਇੱਥੇ ਕਿਤੇ ਪਿੱਛੇ ਆ, ਤੇ ਅਸੀਂ ਕਵਾਂਗੇ A ਡੈਸ਼ ਤੇ B ਡੈਸ਼ ਇੱਥੇ ਬਣਿਆ। ਹੁਣ ਦੇਖੋ ਇੱਥੇ ਇਹ ਮਤਲਬ ਨਹੀਂ ਹੈਗਾ ਕਿ ਜਦੋਂ ਆਬਜੈਕਟ O ਤੇ F ਦੇ ਅੰਦਰ ਆ ਤੇ ਇਮੇਜ ਕਿੱਥੇ ਬਣਿਆ, F ਤੇ 2F ਦੇ ਅੰਦਰ ਬਣਿਆ। ਅਸੀਂ ਇੱਥੇ ਇਦਾਂ ਨਹੀਂ ਕਵਾਂਗੇ, ਅਸੀਂ ਸਿਰਫ ਇੱਥੇ ਇੰਨਾ ਕਵਾਂਗੇ ਕਿ ਜਦੋਂ ਆਬਜੈਕਟ ਫੋਕਲ ਲੈਂਥ ਦੇ ਅੰਦਰ ਆ ਤੇ ਇਮੇਜ ਸੇਮ ਸਾਈਡ ਤੇ ਬਣਦਾ ਵਾ। ਉਹ ਇੱਥੇ ਵੀ ਬਣ ਸਕਦਾ ਸੀ, ਇੱਥੇ ਵੀ ਬਣ ਸਕਦਾ ਸੀ, ਡਿਪੈਂਡ ਕਿਵੇਂ ਕਰਨਾ ਸੀ ਕਿ ਇਹ ਕਿੰਨਾ ਕੁ ਅੰਦਰ ਆ। ਹੋ ਸਕਦਾ ਜਿਵੇਂ ਕਿ ਇਹ ਥੋੜਾ ਜਿਹਾ ਅੰਦਰ ਆ ਤੇ ਇੱਥੇ ਬਣਿਆ, ਜੇ ਥੋੜਾ ਜਿਹਾ ਜ਼ਿਆਦਾ ਅੰਦਰ ਹੋ ਜਾਂਦਾ ਤੇ ਪਿੱਛੇ ਬਣ ਜਾਂਦਾ ਜਾਂ ਅੱਗੇ ਬਣ ਜਾਂਦਾ। ਸੋ ਮੇਰੇ ਕਹਿਣ ਦਾ ਮਤਲਬ ਆ ਇੱਥੇ ਇਹ ਕਨਫਿਊਜ਼ ਨਹੀਂ ਹੋਣਾ, ਜਾਂ ਤੁਸੀਂ ਇੱਥੇ ਇਹ ਲੌਜਿਕ ਨਹੀਂ ਬਣਾਉਣਾ ਕਿ ਜਦੋਂ ਆਪਟੀਕਲ ਸੈਂਟਰ ਤੇ ਫੋਕਸ ਦੇ ਅੰਦਰ ਆਬਜੈਕਟ ਪਿਆ ਵਾ ਤਾਂ ਇਮੇਜ ਕਿੱਥੇ ਬਣਨਾ ਵਾ, ਸਿਰਫ ਅਸੀਂ ਕਹਿਣਾ ਪਿੱਛੇ ਬਣਨਾ ਵਾ। ਅਸੀਂ ਇਹ ਨਹੀਂ ਕਹਿਣਾ ਕਿ F ਤੇ 2F ਦੇ ਅੰਦਰ ਬਣਨਾ ਵਾ। ਮੈਂ ਪਹਿਲਾਂ ਹੀ ਕਹਿ ਚੁੱਕਾ ਵਾਂ ਕਿ ਇਹ 2F ਤੋਂ ਬਾਹਰ ਵੀ ਬਣ ਸਕਦਾ ਸੀ, 2F ਦੇ ਅੰਦਰ ਵੀ ਬਣ ਸਕਦਾ ਸੀ, 2F ਦੇ ਬਾਹਰ ਵੀ ਬਣ ਸਕਦਾ ਸੀ। ਇਸ ਕਰਕੇ ਅਸੀਂ ਸਿਰਫ ਇੱਕੋ ਹੀ ਗੱਲ ਕਹਿਣੀ ਆ ਕਿ ਇਹ ਸੇਮ ਸਾਈਡ ਤੇ ਬਣਦਾ ਵਾ, ਸਿੱਧਾ ਬਣਦਾ ਵਾ। ਸੋ ਪਹਿਲੇ ਸਟੈਪ ਤੇ ਸਾਡੇ ਕੋਲੋਂ ਇਹ ਵਾਲੀ ਚੀਜ਼ ਬਣ ਗਈ। ਹੁਣ ਅਸੀਂ ਕੀ ਕਰਦੇ ਆ, ਅਸੀਂ ਇੱਥੇ U V ਤੇ F ਨੂੰ ਬਣਾ ਲੈਂਦੇ ਆ, ਮਤਲਬ ਕਿ ਲਿਖ ਲੈਂਦੇ ਆ ਆਬਜੈਕਟ ਦੀ ਦੂਰੀ ਕੀ ਹੋਏਗੀ, U ਹੋਏਗੀ, ਇੱਥੋਂ ਹੋਏਗੀ ਆਪਟੀਕਲ ਸੈਂਟਰ ਤੋਂ। ਇਮੇਜ ਦੀ ਦੂਰੀ ਕੀ ਹੋਏਗੀ, V ਹੋਏਗੀ, ਇਹ ਵਾਲੀ ਹੋਗੀ। ਫੋਕਲ ਲੈਂਥ ਕਿੰਨੀ ਹੋਗੀ, ਫੋਕਲ ਲੈਂਥ ਅਸੀਂ ਉੱਪਰ ਬਣਾ ਲੈਂਦੇ ਆ, ਇਹ ਕੀ ਹੋਗੀ ਫੋਕਲ ਲੈਂਥ। ਇਹ ਮੇਰਾ ਸੈਕੰਡ ਸਟੈਪ ਆ। ਪਹਿਲੇ ਸਟੈਪ ਦੇ ਵਿੱਚ ਮੈਂ ਇਮੇਜ ਫਾਰਮੇਸ਼ਨ ਕੀਤੀ ਦੋ ਵੱਖ-ਵੱਖ ਕੇਸਿਸ ਦੀ, ਇੱਥੇ ਵੀ ਕੀ ਕਰ ਦਿੰਦਾ, ਆਬਜੈਕਟ ਦੀ ਦੂਰੀ U ਤੇ ਇਮੇਜ ਦੀ ਦੂਰੀ V ਤੇ ਫੋਕਸ ਸਾਨੂੰ ਪਤਾ ਹੈ ਇਹ ਵਾਲਾ ਹੈ ਫੋਕਸ F। ਸੋ ਅਸੀਂ ਸੈਕੰਡ ਸਟੈਪ ਦੇ ਵਿੱਚ U V ਤੇ F ਬਣਾ ਲਏ। ਹੁਣ ਅਸੀਂ ਤੀਸਰਾ ਸਟੈਪ ਦੇਖਦੇ ਹਾਂ। ਤੀਸਰਾ ਸਟੈਪ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਸਮਝਾ ਦਿੰਦਾ ਵਾਂ, ਸਿਮਿਲਰ ਟ੍ਰਾਇੰਗਲਸ, ਸਮਰੂਪ ਤ੍ਰਿਭੁਜਾਂ। ਮੈਥਮੈਟਿਕਸ ਦੇ ਵਿੱਚ ਮਤਲਬ ਗਣਿਤ ਦੇ ਵਿੱਚ ਜਿਵੇਂ ਅਸੀਂ ਪੜ੍ਹਿਆ ਕਿ ਕੌਨਗਰੈਂਟ ਟ੍ਰਾਇੰਗਲਸ ਹੁੰਦੀਆਂ ਨੇ, ਉਸੇ ਤਰੀਕੇ ਨਾਲ ਸਿਮਿਲਰ ਟ੍ਰਾਇੰਗਲਸ ਵੀ ਹੁੰਦੀਆਂ ਨੇ। ਜਿਵੇਂ ਮੰਨ ਲਓ ਮੈਨੂੰ ਪਹਿਲਾਂ ਸਮਝਾ ਦਿੰਦਾ ਕਿ ਇਹ ਇੱਕ ਟ੍ਰਾਇੰਗਲ ਆ A B ਤੇ C, ਤੇ ਇੱਥੇ ਮੇਰੇ ਕੋਲ ਇੱਕ ਟ੍ਰਾਇੰਗਲ ਹੋਰ ਆ P Q ਤੇ R। ਹੁਣ ਦੇਖੋ ਇਹ ਦੋਨੋਂ ਕੌਨਗਰੈਂਟ ਤੇ ਹੋ ਨਹੀਂ ਸਕਦੀਆਂ ਕਿਉਂਕਿ ਇਹਨਾਂ ਦਾ ਏਰੀਆ ਕੀ ਆ, ਵੱਖ-ਵੱਖ ਆ। ਪਰ ਜੇਕਰ ਇਹ ਵਾਲਾ ਐਂਗਲ ਇਸ ਐਂਗਲ ਦੇ ਬਰਾਬਰ ਹੋਵੇ, ਮੇਰੇ ਕਹਿਣ ਦਾ ਮਤਲਬ ਐਂਗਲ B ਇਜ਼ ਇਕੁਅਲ ਟੂ ਐਂਗਲ Q, ਤੇ ਮੈਂ ਕਹਾਂ ਕਿ ਇਹ ਵਾਲਾ ਐਂਗਲ A ਇਜ਼ ਇਕੁਅਲ ਟੂ ਐਂਗਲ P ਆ, ਤੇ ਫਿਰ ਮੈਨੂੰ ਪਤਾ ਵਾ ਕਿ ਤੀਸਰਾ ਐਂਗਲ ਆਪਣੇ ਆਪ ਹੀ ਬਰਾਬਰ ਹੋ ਜਾਣਾ। ਜੇਕਰ ਕਿਸੇ ਇੱਕ ਤ੍ਰਿਭੁਜ ਦੇ ਕੋਰਸਪੋਂਡਿੰਗ ਐਂਗਲ ਦੂਸਰੀ ਤ੍ਰਿਭੁਜ ਦੇ ਟ੍ਰਾਇੰਗਲ ਦੇ ਬਰਾਬਰ ਹੋਣ ਤੇ ਅਸੀਂ ਉਸ ਟ੍ਰਾਇੰਗਲ ਨੂੰ ਕੀ ਕਹਿੰਦੇ ਆ, ਸਿਮਿਲਰ ਟ੍ਰਾਇੰਗਲ ਕਹਿੰਦੇ ਆ। ਵੈਸੇ ਸਿਮਿਲਰ ਟ੍ਰਾਇੰਗਲ ਦੇ ਬਣਨ ਦੇ ਹੋਰ ਵੀ ਮੈਥਡ ਨੇ, ਪਰ ਅਸੀਂ ਇੱਥੇ ਸਭ ਤੋਂ ਸਿੰਪਲ ਮੈਥਡ ਜਿਹੜਾ ਸਾਨੂੰ ਫਿਜ਼ਿਕਸ ਦੇ ਵਿੱਚ ਵਰਤੋਂ 'ਚ ਆਉਣਾ, ਅਸੀਂ ਉਹੀ ਡਿਸਕਸ ਕਰ ਰਹੇ ਹਾਂ ਕਿ ਜੇਕਰ ਇੱਕ ਤ੍ਰਿਭੁਜ ਦੇ ਕੋਰਸਪੋਂਡਿੰਗ ਕੋਣ ਕਿੱਦਾਂ ਬਣਿਆ, ਇਹਦਾ ਕੋਣ ਇਹ ਵਾਲਾ, ਇਹਦੇ ਕੋਰਸਪੋਂਡਿੰਗ ਕੋਣ ਕਿਹੜਾ ਵਾ, ਇਹ ਵਾਲਾ, ਤੇ ਇਹਦੇ ਕੋਰਸਪੋਂਡਿੰਗ ਕੋਣ ਕਿਹੜਾ ਵਾ, ਇਹ ਵਾਲਾ। ਇਹਦਾ ਮਤਲਬ ਕੀ ਬਣਿਆ ਕਿ ਜੇਕਰ ਇੱਕ ਟਰਾਈਐਂਗਲ ਦੇ ਜਿਹੜੇ ਸਾਰੇ ਕੋਣ ਆ ਕਿਸੇ ਦੂਸਰੀ ਟਰਾਈਐਂਗਲ ਦੇ ਬਿਲਕੁਲ ਬਰਾਬਰ ਆ, ਤੇ ਅਸੀਂ ਕੀ ਕਹਿ ਸਕਦੇ ਹਾਂ, ਇਹ ਟਰਾਈਐਂਗਲ ਦੂਸਰੀ ਟਰਾਈਐਂਗਲ ਦੇ ਕੀ ਆ, ਸਿਮਿਲਰ ਆ। ਤੇ ਜੇਕਰ ਟਰਾਈਐਂਗਲ ਸਿਮਿਲਰ ਹੋਣ ਤੇ ਫਿਰ ਇੱਕ ਰੂਲ ਬਣਦਾ ਹੈ, ਅੱਗੇ ਇੱਕ ਥਿਊਰਮ ਬਣਦੀ ਹੈ ਜਾਂ ਇੱਕ ਨਿਯਮ ਬਣਦਾ ਹੈ, ਤੇ ਉਹ ਨਿਯਮ ਕੀ ਹੈ ਕਿ ਕੋਰਸਪੋਂਡਿੰਗ ਸਾਈਡਾਂ ਦੀ ਰੇਸ਼ੋ, ਮਤਲਬ AB ਬਟਾ PQ, AB ਬਟਾ PQ ਇਜ਼ ਇਕੁਅਲ ਟੂ ਕੀ ਹੋਏਗੀ, BC ਬਟਾ QR, BC ਬਟਾ QR ਇਜ਼ ਇਕੁਅਲ ਟੂ, ਅਸੀਂ ਤੀਸਰੀ ਸਾਈਡ ਵੀ ਲੈ ਸਕਦੇ ਹਾਂ, AC ਬਟਾ PR, AC ਬਟਾ PR। ਮਤਲਬ ਕਿ ਜੇਕਰ ਦੋ ਟਰਾਈਐਂਗਲਸ ਆਪਸ ਦੇ ਵਿੱਚ ਸਿਮਿਲਰ ਹੋਣਗੀਆਂ, ਸਿਮਿਲਰ ਹੋਣੀਆਂ ਕਿੱਦਾਂ ਸੀ, ਜੇਕਰ ਉਹਨਾਂ ਦੇ ਕੋਰਸਪੋਂਡਿੰਗ ਐਂਗਲ ਬਰਾਬਰ ਹੋਣ, ਤੇ ਜੇਕਰ ਕੋਰਸਪੋਂਡਿੰਗ ਐਂਗਲ ਬਰਾਬਰ ਆ, ਟਰਾਈਐਂਗਲਸ ਕੀ ਹੋ ਗਈਆਂ, ਸਿਮਿਲਰ ਹੋ ਗਈਆਂ। ਤੇ ਜੇਕਰ ਸਿਮਿਲਰ ਹੋ ਗਈਆਂ ਫਿਰ ਇਹ ਵਾਲਾ ਰੂਲ ਬਣਦਾ ਵਾ ਕਿ ਉਹਨਾਂ ਦੀ ਕੋਰਸਪੋਂਡਿੰਗ ਸਾਈਡਸ ਦੀ ਰੇਸ਼ੋ ਜਿਹੜੀ ਆ ਉਹ ਕੀ ਹੋਏਗੀ, ਬਰਾਬਰ ਹੋਏਗੀ। ਮੇਰੇ ਕਹਿਣ ਦਾ ਮਤਲਬ AB ਬਟਾ PQ is equal to BC ਬਟਾ QR is equal to AC ਬਟਾ PR।
ਇਹ ਆ ਸਿਮਿਲਰ ਟ੍ਰਾਇੰਗਲਸ ਦੀ ਇੱਕ ਪ੍ਰੋਪਰਟੀ ਜਿਹੜੀ ਕਿ ਅਸੀਂ ਆਪਟਿਕਸ ਦੇ ਵਿੱਚ ਵਰਤਣੀ ਆ। 10th ਕਲਾਸ ਦੇ ਬੱਚੇ ਇਸ ਚੀਜ਼ ਨੂੰ ਅੱਗੇ ਜਾ ਕੇ ਪੜ੍ਹ ਲੈਣਗੇ। +2 ਦੇ ਕਲਾਸ ਦੇ ਬੱਚੇ ਜਿਹੜੇ ਆ ਉਹ ਇਸ ਚੀਜ਼ ਨੂੰ ਸਿੱਖ ਕੇ ਆਏ ਹੋਣਗੇ। ਸੋ ਅਸੀਂ ਇਸ ਸਿਮਿਲਰ ਟ੍ਰਾਇੰਗਲਸ ਨੂੰ ਮਿਟਾਉਂਦੇ ਆ ਤੇ ਆਪਣੇ ਵਾਪਸ ਮੇਨ ਟੌਪਿਕ ਤੇ ਆਉਂਦੇ ਆ। ਹੁਣ ਇਸ ਡਾਇਗਰਾਮ ਦੇ ਵਿੱਚ ਦੇਖੋ, ਮੇਰਾ ਤੀਸਰਾ ਸਟੈਪ ਚੱਲ ਰਿਹਾ ਹੈ। तीसरे स्टैप दे विच मैं कहना कि जी ट्राईएंगल आ ए बी ते ओ, मतलब ट्राईएंगल ए बी ते ओ एंड होर कई ट्राईएंगल लवांगे, असी लवांगे ए डैश बी डैश ते ओ, ए डैश बी डैश ते ओ। ये दोनों ट्राईएंगल्स मतलब ऑब्जेक्ट दी ओ दे नाल ट्राईएंगल ते इमेज दी ओ दे नाल ट्राईएंगल। ਹੁਣ ਇਹਨੂੰ ਮੈਂ ਇਹਦੀ ਫ੍ਰੀ ਬੋਡੀ ਡਾਇਗਰਾਮ ਬਣਾਉਣਾ ਕਿ ਮੈਂ ਕਿਹੜੀ ਟ੍ਰਾਇੰਗਲ ਦੀ ਗੱਲ ਕਰਨ ਡਿਆ। ਦੇਖੋ ਫ੍ਰੀ ਬੋਡੀ ਡਾਇਗਰਾਮ ਮਤਲਬ ਇਹਦੇ ਵਿੱਚੋਂ ਮੈਂ ਉਹ ਚੀਜ਼ ਕੱਢ ਲੈਣਾ ਕਿ ਇੱਥੇ ਬੀ ਏ ਤੇ ਇਹ ਕਿਹੜੀ ਟ੍ਰਾਇੰਗਲ ਬਣੀ, ਇਹ ਵਾਲੀ ਬਣੀ O ਦੇ ਨਾਲ, ਤੇ ਉਧਰ ਕਿਹੜੀ ਟ੍ਰਾਇੰਗਲ ਬਣ ਤੇ ਉਧਰ ਕਿਹੜੀ ਟ੍ਰਾਇੰਗਲ ਬਣਦੀ ਆ A ਡੈਸ਼ B ਡੈਸ਼। ਬਾਕੀ ਸਾਰੀ ਡਾਇਗਰਾਮ ਨੂੰ ਭੁੱਲ ਜਾਓ, ਇਹ ਵਾਲੀ ਚੀਜ਼ ਦੇਖੋ। ਹੁਣ ਇਹ ਵਾਲੀ ए बी O ਤੇ A ਡੈਸ਼ B ਡੈਸ਼ ਉਹ ਸਿਮਿਲਰ ਆ। ਸਿਮਿਲਰ ਕਿਵੇਂ ਹੋਣਗੀਆਂ? ਇਹ ਪ੍ਰਿੰਸੀਪਲ ਐਕਸਿਸ ਦੇ ਉੱਪਰ ਆ 90 ਡਿਗਰੀ ਦਾ ਕੋਣ ਹੋਏਗਾ, ਇਹ ਵੀ 90 ਡਿਗਰੀ ਦਾ ਕੋਣ ਹੋਏਗਾ, ਤੇ ਇਹ ਵਾਲੇ ਦੋਨੋਂ ਵਰਟੀਕਲ ਐਂਗਲ ਹੋਣਗੇ, ਵਰਟੀਕਲ ਆਪੋਜ਼ਿਟ ਐਂਗਲ ਹੋਣਗੇ ਜਿਵੇਂ ਕਿ ਅਸੀਂ ਮੈਥ ਦੇ ਵਿੱਚ ਪੜ੍ਹਿਆ। ਤੇ ਜੇਕਰ ਇੱਕ ਟ੍ਰਾਈਐਂਗਲ ਦੇ ਦੋ ਐਂਗਲ ਬਰਾਬਰ ਆ ਤੇ ਇਹਦਾ ਮਤਲਬ ਤੀਸਰਾ ਆਪਣੇ ਆਪ ਹੀ ਬਰਾਬਰ ਹੋ ਜਾਣਾ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹ ਦੋਨੋਂ ਟ੍ਰਾਈਐਂਗਲਸ ਕੀ ਆ, ਸਿਮਿਲਰ ਆ। ਹੁਣ ਅਸੀਂ ਇਸ ਕਰਕੇ ਅਸੀਂ ਕੀ ਕਹਿ ਸਕਦੇ ਹਾਂ ਕਿ ਦੋਨੋਂ ਟ੍ਰਾਈਐਂਗਲਸ ਕੀ ਆ, ਸਿਮਿਲਰ ਆ। ਹੁਣ ਅਸੀਂ ਇਸ ਤੋਂ ਅੱਗੇ ਕਰਦੇ ਆਰ ਸਿਮਿਲਰ, ਤੇ ਜੇਕਰ ਸਿਮਿਲਰ ਹੋਣਗੀਆਂ ਤੇ ਅਸੀਂ ਕਹਿ ਸਕਦੇ ਹਾਂ ਕਿ ਏ ਬੀ ਇਹਦੀ ਏ ਬੀ ਸਾਈਡ, ਇਹਦੀ ਏ ਡੈਸ਼ ਬੀ ਡੈਸ਼ ਸਾਈਡ ਕਿਹਦੇ ਬਰਾਬਰ ਹੋਣੀ ਚਾਹੀਦੀ ਆ। ਇੱਥੇ ਆਪਾਂ ਕੀ ਲੈ ਲੈਂਦੇ ਆ, ਬੀ ਓ, ਤੇ ਇੱਧਰ ਕੀ ਲੈ ਲੈਂਦੇ ਆ, ਬੀ ਡੈਸ਼ ਓ। ਤੁਸੀਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਸੀ ਕਿ ਇਸ ਟ੍ਰਾਈਐਂਗਲ ਦੀਆਂ ਸਾਈਡਸ ਜਿਹੜੀਆਂ ਵਾ ਉਹ ਉੱਪਰ ਲਿਖ ਲੈਂਦੇ ਤੇ ਇਹਦੀਆਂ ਨੀਚੇ ਲਿਖ ਲੈਂਦੇ। ਮੈਂ ਕੀ ਕੀਤਾ, ਇਹਦੀਆਂ ਸਾਈਡਾਂ ਏ ਬੀ ਉੱਪਰ ਲਿਖ ਲੀਆਂ ਵਾ ਤੇ ਇਹਦੀਆਂ ਨੀਚੇ ਲਿਖੀਆਂ ਵਾ। ਪਰ ਇੱਕ ਗੱਲ ਦਾ ਖਿਆਲ ਰੱਖਣਾ ਕਿ ਜਿਸ ਨੂੰ ਇੱਕ ਵਾਰੀ ਉੱਪਰ ਲੈ ਲਿਆ ਉਹਨੂੰ ਉੱਪਰ ਹੀ ਲੈਣਾ। ਜਿਵੇਂ ਏ ਬੀ ਬਟਾ ਏ ਡੈਸ਼ ਬੀ ਡੈਸ਼, ਮੈਂ ਉੱਪਰ ਇਹਨੂੰ ਲਿਆ ਤੇ ਹੁਣ ਉੱਪਰ ਇਹਦੀ ਸਾਈਡ ਬੀ ਓ ਇਜ਼ ਇਕੁਅਲ ਟੂ ਬੀ ਡੈਸ਼ ਓ ਡੈਸ਼, ਇਹ ਵਾਲੀ ਚੀਜ਼ ਮੇਰੇ ਕੋਲੋਂ ਬਣ ਗਈ। ਤੇ ਮੈਂ ਇਹਨੂੰ ਇੱਦਾਂ ਲਿਖ ਲੈਣਾ ਵਾ, ਏ ਬੀ ਕੀ ਆ, ਏ ਬੀ ਆ ਆਬਜੈਕਟ, ਤੇ ਮੈਂ ਇਹਨੂੰ ਲਿਖ ਲੈਣਾ ਓ। ਤੇ ਏ ਡੈਸ਼ ਬੀ ਡੈਸ਼ ਕੀ ਆ, ਏ ਡੈਸ਼ ਬੀ ਡੈਸ਼ ਕੀ ਆ, ਇਮੇਜ, ਤੇ ਮੈਂ ਇਹਨੂੰ ਕੀ ਲਿਖ ਦਿੰਦਾ, ਆਈ ਇਕੁਅਲ ਟੂ ਬੀ ਓ ਕੀ ਆ, ਮਤਲਬ ਬੀ ਓ ਯੂ ਆ, ਅਸੀਂ ਇੱਥੇ ਕੀ ਲਿਖ ਲੈਂਦੇ ਆ, ਯੂ ਲਿਖ ਲੈਂਦੇ ਆ। ਤੇ ਬੀ ਡੈਸ਼ ਓ ਕੀ ਆ, ਬੀ ਡੈਸ਼ ਓ ਆ ਵੀ। ਸੋ ਅਸੀਂ ਨੰਬਰ ਤੇ ਇਹ ਵਾਲਾ ਸਟੈਪ ਬਣਾ ਲਿਆ। ਹੁਣ ਇਸੇ ਤਰੀਕੇ ਨਾਲ ਅਸੀਂ ਇੱਧਰ ਬਣਾਵਾਂਗੇ। ਅਸੀਂ ਕੀ ਲੈਂਦੇ ਆ, ਤੀਸਰਾ ਸਟੈਪ, ਟ੍ਰਾਈਐਂਗਲ ਏ ਬੀ ਓ ਐਂਡ ਉਹੀ ਟ੍ਰਾਇੰਗਲ ਏ ਡੈਸ਼ ਬੀ ਡੈਸ਼ ਓ ਆਰ ਸਿਮਿਲਰ। ਦੋਨੋਂ ਟ੍ਰਾਈਐਂਗਲ ਸਿਮਿਲਰ ਆ, ਤੁਸੀਂ ਪ੍ਰੂਵ ਕਰਕੇ ਦੇਖ ਲੈਣਾ। ਜੇਕਰ ਸਿਮਿਲਰ ਆ ਤੇ ਇਹਦਾ ਮਤਲਬ ਏ ਬੀ ਆ ਵਾਲੀ ਸਾਈਡ ਬਟਾ ਏ ਡੈਸ਼ ਬੀ ਡੈਸ਼ ਇਜ਼ ਇਕੁਅਲ ਟੂ ਕਿਹਦੇ ਬਰਾਬਰ ਆਏਗੀ, ਇਹਦੀ ਸਾਈਡ ਕਿਹੜੀ ਲਵਾਂਗੇ, ਓ ਬੀ, ਤੇ ਇਹਦੀ ਕਿਹੜੀ ਬਣੇਗੀ, ਓ ਬੀ ਡੈਸ਼। ਤੇ ਅਸੀਂ ਉਸੇ ਤਰੀਕੇ ਨਾਲ ਇਹਨੂੰ ਕੀ ਲਿਖ ਸਕਦੇ ਹਾਂ, ਏ ਬੀ ਕੀ ਚੀਜ਼ ਆ, ਏ ਬੀ ਦਾ ਮਤਲਬ ਆਬਜੈਕਟ, ਏ ਡੈਸ਼ ਬੀ ਡੈਸ਼ ਦਾ ਮਤਲਬ ਇਮੇਜ, ਤੇ ਓ ਬੀ ਕੀ ਬਣੇਗਾ, ਓ ਬੀ ਅਸੀਂ ਬਣਾਇਆ ਹੋਇਆ ਏ ਯੂ, ਤੇ ਓ ਬੀ ਡੈਸ਼ ਵੀ, ਇਹਨੂੰ ਅਸੀਂ ਇੱਧਰ ਵੀ ਇੱਕ ਨੰਬਰ ਕਰ ਲਿਆ। ਤੇ ਮੈਂ ਇੱਕ ਵਾਰੀ ਸਟੈਪ ਨੂੰ ਦੁਬਾਰਾ ਰਿਪੀਟ ਕਰ ਦਿੰਦਾ। ਮੈਂ ਕੀ ਕੀਤਾ ਕਿ ਇਮੇਜ ਫਾਰਮੇਸ਼ਨ ਲਈ ਪਹਿਲੇ ਕੇਸ ਦੇ ਵਿੱਚ ਤੇ ਇੱਧਰ ਵੀ ਇਮੇਜ ਫਾਰਮੇਸ਼ਨ ਲਈ ਸੈਕੰਡ ਸਟੈਪ ਤੇ ਮੈਂ ਕੀ ਕੀਤਾ, ਯੂ ਵੀ ਤੇ ਐਫ ਮਾਰਕ ਕਰ ਲਏ, ਦੋਨੋਂ ਸਾਈਡ ਤੇ ਹੀ ਕਰ ਲਏ। ਤੀਸਰੇ ਸਟੈਪ ਦੇ ਵਿੱਚ ਮੈਂ ਕੀ ਕੀਤਾ, ਸਿਮਿਲਰ ਟ੍ਰਾਇੰਗਲਸ ਆਇਡੈਂਟੀਫਾਈਡ ਕੀਤੀਆਂ ਕਿ ਇੱਧਰ ਵੀ ਸਿਮਿਲਰ ਟ੍ਰਾਇੰਗਲ ਸਮਰੂਪ ਤ੍ਰਿਭੁਜਾਂ ਕਿਹੜੀਆਂ ਨੇ ਤੇ ਇੱਧਰ ਵੀ ਸਮਰੂਪ ਤ੍ਰਿਭੁਜਾਂ ਕਿਹੜੀਆਂ ਨੇ। ਹੁਣ ਉਹਦੇ ਮੁਤਾਬਕ ਅਸੀਂ ਦੋਨੋਂ ਸਾਈਡ ਤੇ ਇੱਕ ਇੱਕ ਨੰਬਰ ਇਕੁਏਸ਼ਨ ਬਣਾ ਲਈ ਆ, ਤੇ ਹੁਣ ਅਸੀਂ ਇਹਨੂੰ ਸੋਲਵ ਕਰਨਾ ਵਾ।
तो मैं अगले स्टैप ते आना वा तो मेरा अगला स्टैप आ 4 नंबर स्टैप दोनों ही साइड ते। 4 नंबर स्टैप दे विच असीं की करांगे कि जिहड़ी उपर वाली डायग्राम आ एक बारी मैं इत्थे बना लैना कि एक कन्वैक्स लेंस, एक उहदी प्रिंसीपल एक्सिस ते इत्थे 2F ते F, बिल्कुल उही डायग्राम मैं इत्थे बना रहा वां सिर्फ समझाउण दे परपज़ दे नाल। हुण देखो साडे कोलों यह वाली डायग्राम बनी सी, मैं की करना वा कि इस AB नूं चुक के इत्थे खड़ना वा। हुण जेकर मैं इत्थे खड़ांगा तो मैं कह सकदा वां कि जिहड़ी हाइट इत्थे बनेगी ते जिहड़ी हाइट इत्थे सी वो बराबर होएगी। क्यों बराबर होएगी? क्योंकि पहला की आ रहा सी ए प्रिंसीपल एक्सिस दे पैरलल आ रही सी, ते जेकर ए दोनों लाइनस आपस दे विच पैरलल होणगियां दा इहदा मतलब जिन्नी ए उन्नी ही की बनेगी, मैं इत्थे P लिख लेना, PO बनेगी। असी मैथेमैटिक्स दे विच कंस्ट्रक्शन कर सकते हाँ। इत्थे असी प्रॉब्लम नूं सॉल्व करने वास्ते की कर रहे हैं, अपना ऑब्जैक्ट मतलब चौथे स्टैप ते अपना ऑब्जैक्ट इत्थे मान रहे हैं। असी ऑब्जैक्ट इत्थे मान लिया। मैं हुण जेकर असी ऑब्जैक्ट इत्थे मान लिया तो साडे कोलों उपर वाली डायग्राम की बनी, ए वाली बन गई PO। इत्थे भी मैं की करदा, ए वाले ऑब्जैक्ट नूं इत्थे मान लेना PO। हुण सानू इस एक्सट्रा डायग्राम की कोई जरूरत नहीं आ, आपां इहनूं मिटा दिंदे आ। सो कन्फ्यूज़ नहीं होना, सिर्फ आपां कीता की आ, सिर्फ एक चीज़ कीती आ कि पहला ऑब्जैक्ट इत्थे सी, हुण असीं ऑब्जैक्ट दी इत्थे एक कल्पना कीती आ। मतलब ऑब्जैक्ट पहला कित्थे पिया होया वा, AB ते पिया होया वा, ते सानू पता वा कि ए वाली हाइट कितनी होएगी, उन्नी ही होएगी जिन्नी ऑब्जैक्ट दी हाइट आ, क्योंकि ये जिहड़ी आ उपर वाली रे प्रिंसीपल एक्सिस दे पैरलल सी, समांतर सी। सो जिन्नी दूरी इत्थे आ उन्नी दूरी इत्थे बनेगी। इसे तरीके नाल असीं ए वाली हाइट दे बराबर इत्थे एक हाइट बना ली आ। मैं इदां नहीं कह रहा कि असी ऑब्जैक्ट नूं चुक के इत्थे रख लिया जां ऑब्जैक्ट नूं चुक के इत्थे रख लिया, मैं सिर्फ ये गल कह रहा वां कि जिन्नी हाइट आ वा उन्नी ही हाइट आ होएगी, ते जिन्नी हाइट ए वा उन्नी ही हाइट ए वाली होएगी। क्योंकि आप ये गल तो कह सकते हैं ना कि AB इज इक्वल टू PO। इत्थे थोड़ा मिट गया, मैं दोबारा लिख देना AB ते ए की आ P ते O। सो AB इज इक्वल टू PO आ, ये सानू पता ही आ। हुण फोर्थ स्टैप कंप्लीट करते हैं। हुण देखो, हुण आपां ट्राईएंगल लई आ POF, ट्राईएंगल POF एंड दूसरी ट्राईएंगल किहड़ी लईए, एक तो लै ली POF, दूजी आपां लैंदे आ A', B', F। ध्यान नाल देखो A', B', F। पहला ट्राईएंगल्स किहड़ियां लईआं सी, ऑब्जैक्ट दी O दे नाल ते इमेज दी O दे नाल। ते हुण आपां की कर रहे हैं, हुण फोकस दे नाल लै रहे हैं। आपां ऑब्जैक्ट जिन्नी हाइट इत्थे बना ली आ कि POF ट्राईएंगल ते दूजी ट्राईएंगल किहड़ी आ A', B', F ट्राईएंगल। एक ही होणगियां, सिमिलर होणगियां। क्यों सिमिलर होणगियां? ए वाला एंगल ते ए वाला एंगल बराबर होणगे ते ए वाले दोनों वर्टिकल ओपोजिट होणगे। आपां की कवांगे, ये दोनों ट्राईएंगल्स की आर सिमिलर। ते जेकर ये दोनों ट्राईएंगल्स सिमिलर आ ते मैं की कह सकदा वां कि PO इधर की बनेगा PO ते इधर की बनेगा A', B' इज इक्वल टू की लिखा इधर OF ते इधर की लिख सकदा FB', OF ते FB'। हुण देखो PO की आ, PO की दे बराबर आ, AB दे बराबर आ। मैं PO की जगह ते लिख दिना AB ते नीचे A', B' इज इक्वल टू OF, FB'। हुण तुहानूं समझ लग गया होएगा कि मैं ए वाली लेंथ क्यों बनाई सी। मैं ऑब्जैक्ट नूं, मैं इस ऑब्जैक्ट नूं इत्थे नहीं बन्निया, मैं सिर्फ जिन्नी इहदी हाइट आ उन्नी हाइट इत्थे रख के
ਤੇ दो ट्राईएंगल्स सिमिलर बना लिया वा, क्योंकि जेकर मैं POF ते A डैश B डैश F सिमिलर बना लिया तो मेरे को यह वाली इक्वेशन आई PO बटा A डैश B डैश ਤੇ OF बटा FB डैश, तो मैं PO ਨੂੰ ਕੀ लिख सकता वा, मैनू पता PO AB के बराबर आ, तो मैं AB लिख लेना। तो जे मैं AB बटा A डैश B डैश लिख लिया तो उपर वाली जी इक्वेशन आ वो लगभग की आ बराबर जी आ रही आ, वो वर्गी आ रही आ, तो मैं यह वाली इक्वेशन बना ली। हुण मैं इधर भी इदा ही करदा, इधर किहड़ी इक्वेशन बनेगी चौथे स्टैप ते, पहला आपां ट्राईएंगल लैने आ F दे नाल POF, ट्राईएंगल POF एंड ट्राईएंगल मतलब POF, दूजी ट्राईएंगल लवांगे A डैश B डैश दी F दे नाल, A डैश B डैश F। ये दोनों ट्राईएंगल्स की आ, ये भी दोनों ट्राईएंगल्स सिमिलर आ, तुसीं प्रूव करके देख लेना कि आर सिमिलर। तो जेकर दोनों ट्राईएंगल्स सिमिलर आ तो मैं की कह सकदा PO बटा A डैश B डैश इज इक्वल टू ए वाली साइड लई PO बटा A डैश B डैश इज इक्वल टू OF बटा B डैश F, B डैश F। आप इनू किद्दां लिख सकते हैं, PO किहदे बराबर आ, PO तो AB दे बराबर आ, तो AB की आ ऑब्जैक्ट आ, आप लिख लेंगे ऑब्जैक्ट A डैश B डैश इमेज इज इक्वल टू OF की आ फोकल लेंथ आ, B डैश F इत्थों तक की दूरी आ, तो B डैश O कितना वा V आ, तो अगे F आ, आप की लिख सकते हैं V प्लस F। सो मेरे को ये वाली इक्वेशन आ गई इधर 2 नंबर। हुण दोनों साइड ते देखा जाए फ्रॉम 1 एंड 2, ये की आ लैफ्ट हैंड साइड दोनों की आ आपस दे विच सेम आ, जेकर लैफ्ट हैंड साइड सेम होएगी तो राइट हैंड साइड भी सेम होएगी, दोनों पासे इदा बन रहा वा, इत्थे क्या जा रहा O बटा I की दे बराबर आ U बटा V दे, ते नीचे क्या जा रहा O बटा I की दे बराबर आ F अपॉन V प्लस F दे। सो आपां की करते हैं फ्रॉम 1 एंड 2, फ्रॉम 1 एंड 2 U बटा V इज इक्वल टू F V माइनस F। इधर की बनेगा फ्रॉम 1 एंड 2, फ्रॉम 1 एंड 2 U बटा V इज इक्वल टू F V प्लस F। मैं इनू की करदा, मैं इनू 3 नंबर लिख लेना, इस इक्वेशन नू 3 नंबर, ते इधर भी 3 नंबर। सो मैं इस आर्टिकल नू दोबारा रिपीट कर देना जिन्ना मैं अजे तक किया। पहला असीं की कीता इमेज फॉर्मेशन की, इस केस दे विच की कीता ऑब्जैक्ट कित्थे रखिया F ते 2F दे, ते इत्थे F दे अंदर रखिया, असी इमेज फॉर्मेशन कर लई, ते असी बाद विच की कीता ऑब्जैक्ट दी O नाल ते इमेज दी O दे नाल दोनों ट्राईएंगल्स नू की कीता सिमिलर प्रूव कर लिया। ते सानू पता जेकर सिमिलर होणगियां तो उहदियां कोरसपोंडिंग साइड्स की रेशो की आ बराबर होएगी। असी इत्थे 2 ही कोरसपोंडिंग साइड्स लै रहे हैं, तीसरी साइड की सानू जरूरत नहीं हैगी, असी नहीं लै रहे। जिमें कि असी AB बटा A डैश B डैश BO बटा B डैश O लै रहे हैं, असी तीसरी भी लै सकते सा कि यदि AO बटा किहदे बराबर A डैश O, तीसरी साइड भी लै सकते सा, पर असी 2 ही लै रहे हैं। सो असी सिमिलर प्रूव कर लिया तो कोरसपोंडिंग साइड्स की रेशो लिख ली, इधर भी इदा ही आ, तो असी सानू पता AB की आ O आ, A डैश B डैश की आ I आ, असी सानू पता BO की आ BO U आ, तो B डैश O की आ V आ, असी 1 नंबर इक्वेशन लिख ली। हुण असी दूसरी बारी की कीता, इत्थे एक लाइन बना ली, अपने कोलों एक लाइन बनाई आ, तो एक ट्राईएंगल मन्नी आ POF, तो इधर किहड़ी मन्नी आ A डैश B डैश F, तो ये दोनों ट्राईएंगल्स की आ सिमिलर आ, असी सिमिलर आ तो ए वाली इक्वेशन बना ली। तो सानू पता PO किहदे बराबर आ AB दे बराबर आ, तो असी PO की जगह ते AB लिख के ए वाली इक्वेशन बना ली। हुण देखो असी ऑप्टिकल पैरामीटर भरते,
ए बी की जगह पे ओ, ए डैश बी डैश की जगह पे आई, ओ एफ की जगह पे सानू पता एफ आएगा, एफ बी डैश की जगह पे वी माइनस एफ। दोनों साइड ते असी सेम स्टैप फॉलो किए आ ते फ्रॉम 1 एंड 2 दोनों साइड ते असी की कीता, साडे कोल इधर आया यू बटा वी एफ वी माइनस एफ ते इधर की आया यू बटा वी एफ वी प्लस एफ। हुण असी इनू एक बारी मैं मिटा दिना तो दोबारा लिखदा, मेरे को जगह की कमी आ, तुसीं इनू एक बारी चंगे तरीके नाल लिख लो सो दैट कि असी इनू अगे कैरी कर सकीए, सो दैट कि असी इनू अगे समझ सकीए। सो साडे कोलों ये दोनों साइड ते 3 नंबर इक्वेशनस आईयां सी। असी की करते हैं, इन्हां इक्वेशनस नूं थोड़ा जिहा सिंपलीफाई कर लैंदे हैं, दोनों साइड ते क्रॉस मल्टीप्लाई कर लैंदे हैं। तो सानू पता जेकर क्रॉस मल्टीप्लाई करांगे तो मैं इस तरीके नाल लिख सकदा यू वी माइनस यू एफ इज़ इक्वल टू वी एफ। इधर की लिखांगा यू वी जमा यू एफ इज़ इक्वल टू वी एफ। सिंपल क्रॉस मल्टीप्लाई करके इस तरीके नाल लिख लिया। हुण की करते हैं, दोनों साइड ते यू वी एफ ना डिवाइड कर देंगे, मतलब डिवाइड यू वी एफ बोथ साइड। इधर भी लिखांगे डिवाइड यू वी एफ बोथ साइड। जेकर यू वी एफ नाल दोनों साइड ते डिवाइड करांगे तो ये की बनेगा, ये बनेगा 1 बट्टा एफ, ये की बनेगा 1 बट्टा वी। इनू यू वी एफ नाल डिवाइड करोगे तो ये की बनेगा 1 बट्टा यू। इनू पहली रकम नू यू वी एफ नाल डिवाइड करो, यू वी हैगा नीचे की आएगा 1 बट्टा एफ प्लस 1 बट्टा वी इज इक्वल टू 1 बट्टा यू। सो मेरे को इक्वेशन आ गई। मैं इनू इदां लिख लेना कि 1 बट्टा एफ इज़ इक्वल टू 1 बट्टा यू प्लस 1 बट्टा वी। मैथेमैटिकली मैं इदा वेख सकदा, मैं आस करदा कि तुहानूं सारिਆਂ ਨੂੰ बेसिक मैथेमैटिक्स आउंदा होएगा जिहड़ा कि मैं इत्थे यूज़ कर रहा वां। तो मैं इनू इत्थे की लिख सकदा 1 बट्टा एफ इज़ इक्वल टू 1 बट्टा यू माइनस 1 बट्टा वी। हुण इन्हां रिजल्ट नूं ध्यान नाल देखो, आपां ये वाला आर्टिकल 2 जगह ते प्रूव किया वा, 2 ਵੱਖ-ਵੱਖ केसिस ਲਈ प्रूव किया वा, तो दोनों ਵੱਖ-ਵੱਖ केसिस दे विच साडे कोलों ਵੱਖ-ਵੱਖ रिजल्ट आ रहे आ। एक साइड ते रिजल्ट आ रहा वा 1 बटा एफ इज़ इक्वल टू 1 बटा यू जमा 1 बटा वी। इत्थे की आ रहा 1 बटा यू माइनस 1 बटा वी आ रहा वा। हुण साडे केस ही 2 सी, जिवें इत्थे असीं ऑब्जैक्ट 2F ते F दे अंदर रखिया ते इत्थे O ते F दे अंदर रखिया। हुण गल ये आ कि 2 ਵੱਖ-ਵੱਖ पोजीशनां ते रखण ते साडे कोलों जिहड़ा U ते V ते F दा रिलेशन आ ना वो वखरा वखरा आ रहा। पर असीं चाहुंदे आ कि ऑब्जैक्ट जिथे मर्जी पिया होवे, इमेज जिथे मर्जी बने ते रिजल्ट लास्ट दे विच की आवे, 1 आवे। क्योंकि मान लो तुहानूं कोई न्यूमैरिकल आउंदा वा ते न्यूमैरिकल दे विच एक न्यूमैरिकल दे विच तुहाडे कोलों ऑब्जैक्ट कित्थे पिया वा, मान लो F ते 2F दे अंदर बनिया तो तुसी न्यूमैरिकल दे थ्रू सॉल्व करना होवे तो तुसी ए वाला फार्मूला वरतोगे, क्योंकि इस केस दे विच लेंस फार्मूला ये बनता पिया वा। ते जेकर ऑब्जैक्ट O ते F दे अंदर पिया वा तो फिर लेंस फार्मूला किहड़ा बनता पिया वा, ए वाला बनता पिया वा। इहदा मतलब बाकी जिहड़े असी केस नहीं कीते
ਕਿ ਆਬਜੈਕਟ 2F ਦੇ ਬਾਹਰ ਆ ਜਾਂ ਆਬਜੈਕਟ 2F ਦੇ ਉੱਪਰ ਆ ਜਾਂ ਆਬਜੈਕਟ F ਦੇ ਉੱਪਰ ਆ, ਉਹਨਾਂ ਦੇ ਵੀ ਨੀਚੇ ਫਾਰਮੂਲੇ ਵੱਖਰੇ ਵੱਖਰੇ ਬਣਨਗੇ। ਬਾਅਦ ਵਿੱਚ ਇਹ ਗੱਲ ਸੋਚੀ ਗਈ ਕਿ ਇਹ ਜਿਹੜੇ ਆ ਇੰਨੇ ਜ਼ਿਆਦਾ ਫਾਰਮੂਲੇ ਯਾਦ ਕਰਨੇ ਸੌਖੇ ਨਹੀਂ ਆ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਅਸੀਂ ਇਮੇਜ ਫਾਰਮੇਸ਼ਨ ਕਰਕੇ U V ਤੇ F ਦਾ ਰਿਲੇਸ਼ਨ ਪਤਾ ਕਰਦੇ ਆ ਨਾ, ਤੇ ਉਹ ਵੱਖਰੇ ਵੱਖਰੇ ਕੇਸਿਸ ਦੇ ਵਿੱਚ ਵੱਖਰਾ ਵੱਖਰਾ ਆਉਂਦਾ ਵਾ। ਤੇ ਸਾਡੀ ਪ੍ਰੋਬਲਮ ਕੀ ਆ ਕਿ ਅਸੀਂ ਨੂਮੈਰੀਕਲ 'ਚ ਇੱਕ ਫਾਰਮੂਲਾ ਵਰਤਣਾ ਵਾ, ਅਸੀਂ ਵੱਖਰੇ ਵੱਖਰੇ ਫਾਰਮੂਲੇ ਨਹੀਂ ਯਾਦ ਕਰ ਸਕਦੇ। ਅਦਰਵਾਈਜ਼ ਸਾਨੂੰ ਫਾਰਮੂਲੇ ਕਿੱਦਾਂ ਯਾਦ ਕਰਨੇ ਪੈਣੇ ਆ ਕਿ ਜੇਕਰ ਆਬਜੈਕਟ F ਤੇ 2F ਦੇ ਅੰਦਰ ਆ ਫਿਰ ਇੱਥੇ ਪਲੱਸ, ਤੇ ਜੇ ਆਬਜੈਕਟ O ਤੇ F ਦੇ ਅੰਦਰ ਆ ਤੇ ਫਿਰ ਇੱਥੇ ਮਾਈਨਸ, ਤੇ ਜੇ ਕੋਈ ਦੂਸਰਾ ਤੀਸਰਾ ਕੇਸ ਹੋਰ ਵੀ ਆ, ਹੋ ਸਕਦਾ ਮਾਈਨਸ ਇੱਥੇ ਆ ਜੇ ਜਾਂ ਪਲੱਸ ਇੱਥੇ ਆ ਜੇ ਜਾਂ ਕੁਝ ਵੀ ਹੋ ਸਕਦਾ। ਮਤਲਬ ਜਿੰਨੇ ਕੇਸ ਇਮੇਜ ਫਾਰਮੇਸ਼ਨ ਦੇ ਉਨੇ ਹੀ ਥੱਲੇ ਫਾਰਮੂਲੇ। ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਸੋ ਅਸੀਂ ਇੰਨੇ ਜ਼ਿਆਦਾ ਫਾਰਮੂਲੇ ਨਹੀਂ ਯਾਦ ਕਰ ਸਕਦੇ। ਅਸੀਂ ਕੀ ਸੋਚਿਆ ਕਿ ਇਦਾਂ ਦੇ ਸਾਰੇ ਰਿਜ਼ਲਟ ਨੋਟ ਕਰ ਲਏ, ਜਿਵੇਂ ਕਿ ਮੈਂ 2 ਕੇਸ ਹੀ ਕੀਤੇ ਆ, ਤੇ ਸਾਰੇ ਰਿਜ਼ਲਟ ਦੇ ਰੱਖ ਕੇ ਸਾਹਮਣੇ ਸੋਚਿਆ ਗਿਆ ਕਿ ਇਹਨਾਂ ਨੂੰ ਯੂਨੀਕ ਕਿੱਦਾਂ ਬਣਾਈਏ, ਕਿ ਇਹਨਾਂ ਸਾਰਿਆਂ ਤੋਂ ਆਪਾਂ ਇੱਕ ਫਾਰਮੂਲਾ ਬਣਾਉਣਾ ਵਾ। ਤੀਰ ਤੁੱਕੇ ਮਾਰੇ ਗਏ ਤੇ ਆਪਾਂ ਕੀ ਸੋਚੀਏ ਕਿ ਮੰਨ ਲਓ ਕਿ ਜਿਵੇਂ ਅਸੀਂ ਸੋਚਿਆ ਹੀ ਹੋਇਆ ਵਾ, ਇਹ ਵਾਲੀ ਸਾਈਡ ਪੋਜ਼ਿਟਿਵ ਲੈ ਲਓ, ਇਹ ਵਾਲੀ ਸਾਈਡ ਨੈਗੇਟਿਵ ਲੈ ਲਓ, ਜਾਂ ਹੋਰ ਵੀ ਕਈ ਗੱਲਾਂ ਸੋਚੀਆਂ ਗਈਆਂ ਹੋਣਗੀਆਂ। ਤੇ ਲਾਸਟ ਤੇ ਇਹ ਕਨਕਲੂਡ ਕੀਤਾ ਗਿਆ ਕਿ ਜੇਕਰ ਤੁਸੀਂ ਇਧਰਲੀ ਸਾਈਡ ਨੈਗੇਟਿਵ ਤੇ ਇਧਰਲੀ ਸਾਈਡ ਪੋਜ਼ਿਟਿਵ ਲੈਂਦੇ ਜੋ, ਤੇ ਫਿਰ ਇਹ ਵਾਲੀ ਗੱਲ ਜੋੜ ਦੋ ਨਾ ਕਿ U ਨੂੰ ਨੈਗੇਟਿਵ, V ਨੂੰ ਪੋਜ਼ਿਟਿਵ ਤੇ F ਨੂੰ ਪੋਜ਼ਿਟਿਵ ਜਾਂ ਨੈਗੇਟਿਵ ਦੋਨੋਂ ਲੈਂਸ ਦੇ ਆਪਣੇ ਆਪਣੇ ਹਿਸਾਬ ਦੇ ਨਾਲ, ਤੇ ਉਹ ਗੱਲਾਂ ਇਹਦੇ ਤੇ ਜੋੜ ਦਈਏ ਤੇ ਇੱਕ ਫਾਰਮੂਲਾ ਨਿਕਲ ਕੇ ਆਉਂਦਾ ਵਾ। ਤੁਸੀਂ ਕਰਕੇ ਦੇਖ ਸਕਦੇ ਜੋ, ਇੱਥੇ U ਕੀ ਆ ਨੈਗੇਟਿਵ ਆ, V ਕੀ ਆ ਪੋਜ਼ਿਟਿਵ ਆ, ਫੋਕਸ ਕੀ ਆ ਪੋਜ਼ਿਟਿਵ ਆ। ਇਹਦੇ ਵਿੱਚ ਹੁਣ ਸਾਈਨ ਕਨਵੈਨਸ਼ਨ ਲਗਾਓ। ਸਾਈਨ ਕਨਵੈਨਸ਼ਨ ਕੀ ਲੱਗੇਗੀ? U ਨੈਗੇਟਿਵ, V ਪੋਜ਼ਿਟਿਵ, ਫੋਕਲ ਲੈਂਥ ਪੋਜ਼ਿਟਿਵ। ਇਸ ਕੇਸ ਦੇ ਵਿੱਚ ਇੱਥੇ ਸਾਈਨ ਕਨਵੈਨਸ਼ਨ ਕੀ ਲੱਗੇਗੀ? U ਵੀ ਨੈਗੇਟਿਵ, V ਵੀ ਨੈਗੇਟਿਵ, ਫੋਕਸ ਪੋਜ਼ਿਟਿਵ। ਇੱਥੇ ਲਾਓ U ਨੈਗੇਟਿਵ, V ਨੈਗੇਟਿਵ, ਫੋਕਲ ਲੈਂਥ ਪੋਜ਼ਿਟਿਵ। ਲਾਓ ਇਹਦੇ ਵਿੱਚ ਹੁਣ ਫੋਕਲ ਲੈਂਥ ਪੋਜ਼ਿਟਿਵ ਮਤਲਬ 1/f ਹੀ ਲਿਖਿਆ ਜਾਣਾ। U ਨੈਗੇਟਿਵ ਲੈਣਾ ਮਤਲਬ -U ਜਮਾ ਇਹ ਵਾਲਾ ਫਾਰਮੂਲਾ ਬਣ ਗਿਆ 1/f ਇਜ਼ ਇਕੁਅਲ ਟੂ 1/-U। ਇੱਧਰ ਲਗਾਓ 1/f 1/U ਵੀ ਨੈਗੇਟਿਵ, ਇਹ ਨੈਗੇਟਿਵ ਸਾਈਨ ਇੱਥੇ 1/-V। ਹੁਣ ਇਹਨੂੰ ਸੋਲਵ ਕਰੋ। ਮੇਰੇ ਕਹਿਣ ਦਾ ਮਤਲਬ ਆ ਕਿ ਇੱਧਰ ਇਹਨੂੰ ਤੇ ਇੱਧਰ ਇਹਨੂੰ ਤੁਸੀਂ ਇਹਨਾਂ ਦੋਨਾਂ ਨੂੰ ਮੈਥਮੈਟਿਕਲੀ ਸੋਲਵ ਕਰੋਗੇ ਨਾ ਤਾਂ ਤੁਹਾਡੇ ਕੋਲੋਂ ਫਾਰਮੂਲਾ ਕਿਹੜਾ ਬਣਦਾ ਪਿਆ ਵਾ? ਇੱਕੋ ਹੀ। ਮਤਲਬ ਅੱਗੇ 2 ਆਉਂਦੇ ਪਏ ਸੀ, ਇੱਕੋ ਹੀ ਬਣ ਜਾਂਦਾ ਵਾ। ਜੇਕਰ ਤੁਸੀਂ ਸਾਈਨ ਕਨਵੈਨਸ਼ਨ ਲਗਾ ਦਿਓ ਤੇ ਫਾਰਮੂਲਾ ਇੱਕ ਹੀ ਬਣ ਜਾਂਦਾ। ਅਸੀਂ ਇਸੇ ਕਰਕੇ ਸਾਈਨ ਕਨਵੈਨਸ਼ਨ ਵਰਤਦੇ ਹਾਂ ਕਿ ਵੱਖ-ਵੱਖ ਕੇਸਿਸ ਦੇ ਵਿੱਚ ਸਾਡੇ ਕੋਲੋਂ ਲੈਂਸ ਫਾਰਮੂਲਾ ਵੱਖਰਾ ਵੱਖਰਾ ਬਣਦਾ ਵਾ, ਤੇ ਅਸੀਂ ਇੰਨੇ ਫਾਰਮੂਲੇ ਨਹੀਂ ਯਾਦ ਕਰ ਸਕਦੇ, ਤੇ ਅਸੀਂ ਇੱਕ ਸੈੱਟ ਆਫ ਰੂਲ ਬਣਾ ਲਿਆ। ਅਸੀਂ ਇੱਕ ਆਪਣੇ ਕੋਲੋਂ ਗੱਲਾਂ ਕੱਢ ਲੀਆਂ ਕਿ ਜੇਕਰ ਆਹ ਗੱਲਾਂ ਇੱਧਰ ਨੂੰ ਪੋਜ਼ਿਟਿਵ ਹੋ ਜੇ, ਇੱਧਰ ਨੂੰ ਨੈਗੇਟਿਵ ਹੋ ਜੇ, ਤੇ ਸਾਡੇ ਕੋਲੋਂ ਓਵਰਆਲ ਸਾਰੇ ਹੀ ਕੇਸਿਸ ਦਾ ਇੱਕੋ ਹੀ ਫਾਰਮੂਲਾ ਬਣ ਜਾਂਦਾ। ਤੇ ਉਹ ਫਾਰਮੂਲਾ ਕਿਹੜਾ ਏ? 1/f ਇਜ਼ ਇਕੁਅਲ ਟੂ 1/v ਮਾਈਨਸ 1/u। ਤੇ ਇਹਨੂੰ ਅਸੀਂ ਕੀ ਕਹਿੰਦੇ ਆ? ਲੈਂਸ ਫਾਰਮੂਲਾ ਕਹਿੰਦੇ ਆ। ਸੋ ਮੈਂ ਆਸ ਕਰਦਾ ਕਿ ਤੁਸੀਂ ਇਸ ਫਾਰਮੂਲੇ ਨੂੰ, ਇਸ ਗੱਲ ਨੂੰ ਸਮਝੇ ਹੋਵੋਗੇ ਕਿ ਅਸੀਂ ਸਾਈਨ ਕਨਵੈਨਸ਼ਨ ਕਿਉਂ ਲੈਂਦੇ ਆ। ਜਨਰਲੀ ਮੈਂ ਫਿਰ ਇਹਨੂੰ ਰਿਪੀਟ ਕਰ ਦਿੰਦਾ ਕਿ ਅਸੀਂ ਸਾਈਨ ਕਨਵੈਨਸ਼ਨ ਤਾਂ ਕਰਕੇ ਲੈਂਦੇ ਆ ਕਿ ਵੱਖਰੇ ਵੱਖਰੇ ਕੇਸ ਦੇ ਵਿੱਚ ਵੱਖਰਾ ਵੱਖਰਾ ਰਿਜ਼ਲਟ ਆਉਂਦਾ ਵਾ, ਤੇ ਜੇ ਉਹ ਸਾਰੇ ਰਿਜ਼ਲਟ ਨੂੰ ਅਸੀਂ ਇੱਕ ਥਾਂ ਤੇ ਇੱਕੋ ਫਾਰਮੂਲੇ ਦੇ ਨਾਲ ਦਰਸਾਉਣਾ ਹੋਵੇ ਤੇ ਫਿਰ ਸਾਨੂੰ ਸਾਈਨ ਕਨਵੈਨਸ਼ਨ ਲੈਣੀਆਂ ਪੈਂਦੀਆਂ ਵਾ। ਮਤਲਬ ਇੱਕ ਉੱਤੇ ਸੈੱਟ ਆਫ ਰੂਲ ਲਾਉਣਾ ਪੈਂਦਾ ਵਾ ਜਿਹਦੇ ਨਾਲ ਇਹ ਸਾਰੇ ਵੱਖਰੇ ਵੱਖਰੇ ਫਾਰਮੂਲੇ ਇੱਕ ਫਾਰਮੂਲੇ ਦੇ ਵਿੱਚ ਪਰੋਏ ਜਾਂਦੇ ਆ। ਸੋ ਇਸ ਤੋਂ ਅੱਗੇ ਅਸੀਂ ਅਗਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ।